ਸਰਕਾਰਾਂ ਦੇ ਪਹਿਲੇ ਰੂਲ ਤਾਂ ਇੱਥੇ ਕੰਮ ਨਹੀਂ ਕਰਦੇ, ਇਹ ਨਵੇਂ ਰੂਲ ਬਣਾਉਣ ਨੂੰ ਫਿਰਦੇ ਨੇ। ਤੇ ਤੁਸੀਂ ਮਿੱਲਾਂ ਦਾ ਹਾਲ ਖੁਦ ਹੀ ਜਾਣਦੇ ਹੋ, ਜਦ ਕਿ ਮਿੱਲਾਂ ਵਿੱਚ ਪੈਸੇ ਦੇਣ ਦਾ ਟਾਈਮ 14 ਦਿਨ ਦੇ ਅੰਦਰ ਅੰਦਰ ਦਾ ਹੁੰਦਾ ਹੈ, ਪਰ ਇੱਥੇ ਕਿਸਾਨਾਂ ਨੂੰ 2-2 ਸਾਲ ਲੱਗ ਜਾਂਦੇ ਨੇ, ਪਰ ਉਹਨਾਂ ਦੇ ਪੈਸੇ ਪੂਰੇ ਨਹੀਂ ਮਿਲ ਪਾਉਂਦੇ। ਪਹਿਲਾਂ ਤਾਂ ਇਹ ਰੂਲ ਕੰਮ ਨਹੀਂ ਕਰਦੇ ਤੇ ਹੁਣ ਨਵੇਂ ਰੂਲ ਬਣਾਉਣ ਨੂੰ ਫਿਰਦੇ ਨੇ। ਸੋ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਧੱਕੇ ਦੀ, ਜੋ ਕਿ ਸ਼ਰੇਆਮ ਕਿਸਾਨਾਂ ਦੇ ਨਾਲ ਹੋ ਰਿਹਾ ਹੈ। ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਜੋ ਨੌਜਵਾਨਾਂ ਨੂੰ ਇਸ ਮੁੱਦੇ ਦਾ ਨਹੀਂ ਪਤਾ, ਉਹਨਾਂ ਨੂੰ ਇਸ ਮੁੱਦੇ ਦਾ ਪਤਾ ਚੱਲ ਸਕੇ, ਕਿਉਂਕਿ ਬਹੁਤ ਸਾਰੇ ਆਮ ਨਾਗਰਿਕਾਂ ਨੂੰ ਇਸ ਮੁੱਦੇ ਦਾ ਨਹੀਂ ਪਤਾ ਕਿ ਜੋ ਕਿਸਾਨ ਹਨ ਇਹ ਰੋਸ ਕਿਉਂ ਕਰਦੇ ਹਨ। ਸੋ ਉਹਨਾਂ ਨੂੰ ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ, ਚਾਹੇ ਉਹ ਨੌਜਵਾਨ ਹੀ ਹੋਏ, ਚਾਹੇ ਉਹ ਕਿਸਾਨ ਕਿਉਂ ਨਾ ਹੋਏ, ਚਾਹੇ ਉਹ ਆਮ ਨਾਗਰਿਕ ਕਿਉਂ ਨਾ, ਕਿਉਂਕਿ ਇੱਥੇ ਕਿਸਾਨਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ, ਕਿਉਂਕਿ ਆਮ ਨਾਗਰਿਕ ਨੂੰ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਹਾਂ ਕਿ ਜੋ ਕਿਸਾਨ ਹਨ ਇਹ ਰੋਸ ਕਿਉਂ ਕਰ ਰਹੇ ਹਨ। ਕਿਸਾਨਾਂ ਦਾ ਰੋਸ ਇਸ ਗੱਲ ਦਾ ਹੈ ਕਿ ਜੋ MSP ਹੈ, ਯਾਨੀ ਕਿ ਮੈਕਸਿਮਮ ਸਪੋਰਟ ਪ੍ਰਾਈਸ ਹੈ, ਉਹ ਅਸੀਂ ਖਤਮ ਨਹੀਂ ਹੋਣ ਦੇਵਾਂਗੇ। ਉਹ ਦੂਸਰਾ ਜੋ ਕਿਸਾਨਾਂ ਦਾ ਰੋਸ ਇਸ ਗੱਲ ਦਾ ਹੈ ਕਿ ਜੋ APMC ਹੈ, ਯਾਨੀ ਕਿ ਜੋ ਮੰਡੀ ਬੋਰਡ ਹੈ, ਅਸੀਂ ਉਹ ਨਹੀਂ ਟੁੱਟਣ ਦੇਵਾਂਗੇ। ਕਿਸਾਨ ਜੋ ਹਨ ਉਹ ਇਸ ਬਿੱਲਾਂ ਦਾ ਵਿਰੋਧ ਕਰ ਰਹੇ ਹਨ। तो ये ਹੁਣ ਆਪਾਂ ਉਹ ਬਿੱਲਾਂ ਦੀ ਗੱਲ ਕਰਦੇ ਹਾਂ ਕਿ ਜੋ ਆਰਡੀਨੈਂਸ ਹੈ, ਆਰਡੀਨੈਂਸ 2020 ਹੈ, ਜੋ ਬਿੱਲ ਹੈ ਉਹ ਕੀ ਹਨ। ਸੋ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ, ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਸ਼ੁਰੂ ਕਰਦੇ ਹਾਂ, ਜੋ ਪਹਿਲਾ ਆਰਡੀਨੈਂਸ ਹੈ ਉਹਦੇ ਬਾਰੇ ਜਾਣਦੇ ਹਾਂ। ਪਹਿਲੇ ਆਰਡੀਨੈਂਸ ਦਾ ਕੀ ਨਾਮ ਹੈ? ਜੋ ਪਹਿਲਾ ਆਰਡੀਨੈਂਸ ਹੈ ਉਹ ਹੈ The Farmers Produce Trade and Commerce Promotion and Facilitation Ordinance 2020। ਸੋ ਇੱਥੇ ਸਰਕਾਰ ਕੀ ਕਰ ਰਹੀ ਹੈ ਕਿ ਫ੍ਰੀ ਮਾਰਕੀਟ ਲੈ ਕੇ ਆ ਰਹੀ ਹੈ, ਤੇ ਨਾਲ ਦੀ ਨਾਲ ਹੀ ਜੋ ਕਿ APMC ਹੈ, ਯਾਨੀ ਕਿ ਮੰਡੀ ਬੋਰਡ ਹੈ, ਯਾਨੀ ਕਿ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਹੈ, ਉਸ ਨੂੰ ਖਤਮ ਕਰਨ ਜਾ ਰਹੀ ਹੈ। तो ਇਹ ਪਹਿਲੇ ਬਿੱਲ ਵਿੱਚ ਤਾਂ ਇਹ ਦੱਸਿਆ ਗਿਆ ਹੈ। ਹੁਣ APMC ਕੀ ਹੈ ਉਹਨੂੰ ਸਮਝਦੇ ਹਾਂ। APMC मतलब जो कि पंजाबी भाषा में असी मंडी या मंडी बोर्ड कह देंगे हैं, उसनों इंग्लिश में APMC कहा जाता है, यानी कि एग्रीकल्चर प्रोड्यूस मार्केट एंड कमेटी। जी हाँ, उसनों मंडी बोर्ड कहा जाता है। तो इस बिल में सरकार की कह रही है कि किसान अपनी फसल है जो वो किते भी बेच सकता है, चाहे वो मंडी में बेचे, चाहे वो किसी अलग स्टेट में बेचे, वो किते भी अपनी फसल नूं बेच सकता है। हुण इन्हां नूं कौन समझावे कि साडे देश विच 86% किसान अजिहे हन जिन्हां दे कोल 2 हैक्टेयर के आस-पास जमीन है। अगर हिसाब लाइए तो 2 हैक्टेयर मतलब कि 4 ਤੋਂ 5 किले के आस-पास बनता है। ਤੇ ਹੁਣ ਉਹ ਤੇ ਆਪਣੀ ਜ਼ਮੀਨ ਦੀ ਫਸਲ ਨੂੰ ਮਸਾਂ ਹੀ ਮੰਡੀਆਂ ਤੱਕ ਲੈ ਕੇ ਜਾ ਸਕਦਾ ਹੈ, ਤਾਂ ਦੂਸਰੀ ਸਟੇਟ ਵਿੱਚ ਆਪਣੀ ਫਸਲ ਨੂੰ ਕਿਵੇਂ ਲੈ ਕੇ ਜਾ ਸਕਦਾ ਹੈ। ਸੋ ਇਸ ਬਿੱਲ ਵਿੱਚ ਸਰਕਾਰ ਦਾ ਇਹੀ ਕਹਿਣਾ ਹੈ ਕਿ ਤੁਸੀਂ ਆਪਣੀ ਫਸਲ ਨੂੰ ਮੰਡੀਆਂ ਵਿੱਚ ਹੀ ਵੇਚ ਸਕਦੇ ਹੋ, ਤੇ ਤੁਸੀਂ ਜੇਕਰ ਚਾਹੋ ਤੇ ਆਪਣੀ ਫਸਲ ਨੂੰ ਵੱਡੇ ਵੱਡੇ ਉਦਯੋਗਪਤੀਆਂ ਕੋਲ ਵੀ ਵੇਚ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੰਡੀ ਬੋਰਡ ਨੂੰ ਖਤਮ ਕਰਨ ਦਾ ਇਹੀ ਮਾਡਲ 2006 ਦੇ ਵਿੱਚ ਬਿਹਾਰ ਦੇ ਵਿੱਚ ਕੀਤਾ ਗਿਆ ਸੀ, ਜੋ ਕਿ ਬਹੁਤ ਹੀ ਬੁਰੀ ਤਰ੍ਹਾਂ ਨਾਲ ਫੇਲ ਹੋਇਆ। ਤੇ ਉਸ ਦਾ ਅੰਜਾਮ ਇਹ ਹੋਇਆ ਕਿ 2006 ਤੋਂ ਬਾਅਦ ਜੋ ਵੱਡੇ ਕਿਸਾਨ ਹਨ ਉਹ ਆਪਣੀਆਂ ਫਸਲਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੇਚਣ ਆਉਂਦੇ ਹਨ, ਅਤੇ ਜੋ ਛੋਟੇ ਕਿਸਾਨ ਹਨ ਉਹ ਸਾਡੇ ਇੱਧਰ ਪੰਜਾਬ ਦੇ ਵਿੱਚ ਕੰਮ ਕਰਨ ਲਈ ਆਉਂਦੇ ਹਨ। ਸੋ ਇਸ ਤੋਂ ਪਤਾ ਚੱਲਦਾ ਹੈ ਕਿ ਜੋ ਕਿਸਾਨ ਹਨ ਉਹ ਆਪਣੀਆਂ ਗੱਲਾਂ ਸਹੀ ਕਹਿ ਰਹੇ ਹਨ, ਕਿਉਂਕਿ 2006 ਤੋਂ ਬਾਅਦ ਵਿੱਚ ਇਹ ਵੇਖਿਆ ਗਿਆ ਹੈ ਕਿ ਜੋ ਬਿਹਾਰ ਦੇ ਬਹੁਤ ਵੱਡੇ ਕਿਸਾਨ ਹਨ ਉਹ ਆਪਣੀਆਂ ਫਸਲਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੇਚਣ ਲਈ ਆਉਂਦੇ ਹਨ। ਸੋ ਆਸ ਕਰਦੇ ਹਾਂ ਕਿ ਬਿੱਲ ਤੁਹਾਨੂੰ ਸਮਝ ਆ ਗਿਆ ਹੋਵੇਗਾ। ਸੋ ਇਸ ਬਿੱਲ ਵਿੱਚ ਇਹੀ ਹੈ ਕਿ ਪੂਰੇ ਦੇਸ਼ ਦਾ ਬਾਜ਼ਾਰ ਤੁਹਾਡੇ ਲਈ ਖੁੱਲ੍ਹਾ ਹੈ। ਕਿਸਾਨ ਜਿੱਥੇ ਚਾਹੇ ਉੱਥੇ ਆਪਣੀ ਫਸਲ ਵੇਚ ਸਕਦਾ ਹੈ, ਚਾਹੇ ਉਹ ਆਪਣੀ ਫਸਲ ਦੂਜੀ ਸਟੇਟ ਵਿੱਚ ਹੀ ਕਿਉਂ ਨਾ ਵੇਚੇ। ਸੋ ਹੁਣ ਅਗਲੇ ਬਿੱਲ ਬਾਰੇ ਅਸੀਂ ਗੱਲ ਕਰਦੇ ਹਾਂ, जो है बैरियर फ्री इंटर स्टेट एंड इंट्रा स्टेट। मतलब कि किसान अपनी फसल नूं दूसरी स्टेट में जाके भी वेच सकता है, सरकार तुहानूं रोक नहीं सकती, उसदे लई बैरियर खुले हैं। कुल मिला के APMC जो मंडियां ने, यानी कि मंडी बोर्ड है, वो हौली हौली खत्म हो जाएगा, क्योंकि यही तो सरकार चाहती है कि APMC है वो खत्म कर दी जाए, क्योंकि 86% किसान अजिहे हैं जो कि अपनी फसल नूं आउट ऑफ स्टेट नहीं लैके जा सकते, मसां ही मंडियां दे विच लैके जाते हैं। तो यही तो सरकार चाहती है कि जो मंडी बोर्ड है उसनूं खत्म कर दिता जाए।
ਸੋ ਦੂਸਰੇ ਬਿੱਲ ਦੇ ਵਿੱਚ ਇਹੀ ਹੈ ਕਿ ਦੂਸਰੀ ਸਟੇਟ ਜਾਣ ਲਈ ਕੋਈ ਸਰਕਾਰ ਤੁਹਾਨੂੰ ਰੋਕ ਨਹੀਂ ਸਕਦੀ, ਉਸ ਲਈ ਬੈਰੀਅਰ ਖੁੱਲੇ ਹਨ। ਆਊਟ ਆਫ ਸਟੇਟ ਆਪ ਆਪਣੀ ਫਸਲ ਲੈ ਕੇ ਜਾ ਸਕਦੇ ਹੋ। ਆਪਾਂ ਹੁਣ ਅਗਲੇ ਬਿੱਲ ਦੀ ਗੱਲ ਕਰਦੇ ਹਾਂ, ਜੋ ਕਿ ਹੈ फार्मर्स एम्पावरमेंट एंड प्रोटेक्शन एग्रीमेंट ऑन प्राइज इंश्योरेंस एंड फार्म सर्विस ऑर्डिनेंस 2020, मतलब कि कॉन्ट्रैक्ट फार्मिंग प्राइज बिफोर फार्मिंग जी। सो इस बिल ਦੇ ਵਿੱਚ ਕੀ ਹੋਏਗਾ ਕਿ ਕਿਸਾਨ ਵੱਡੇ ਉਦਯੋਗਪਤੀਆਂ ਨਾਲ ਲੰਬੇ ਸਮੇਂ ਲਈ 1 ਤੋਂ 5 ਸਾਲ ਲਈ ਐਗਰੀਮੈਂਟ ਕਰ ਸਕਦਾ ਹੈ। ਇੱਥੇ ਸਰਕਾਰ ਦਾ ਇਹ ਕਹਿਣਾ ਹੈ ਕਿ ਹੁਣ ਕਿਸਾਨ ਨੂੰ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਕਿ ਕਿਸਾਨ ਨੇ ਆਪਣੀ ਫਸਲ ਕਿੱਥੇ ਖਰੀਦਣੀ ਹੈ, ਕਿਉਂਕਿ ਉਹਨੇ ਐਗਰੀਮੈਂਟ ਦੇ ਵਿੱਚ ਪਹਿਲਾਂ ਹੀ ਤੈਅ ਕੀਤਾ ਹੋਵੇਗਾ ਕਿ ਆਪਣੀ ਫਸਲ ਉਸਨੇ ਕਿਸ ਨੂੰ ਦੇਣੀ ਹੈ। ਅਸਲ ਵਿੱਚ ਅਸੀਂ ਗੱਲ ਕਰੀਏ ਤਾਂ ਇਸ ਬਿੱਲ ਦੇ ਫਾਇਦੇ ਤਾਂ ਘੱਟ ਹਨ, ਲੇਕਿਨ ਨੁਕਸਾਨ ਜ਼ਿਆਦਾ ਹਨ। ਆਓ ਆਪਾਂ ਇੱਕ ਨੁਕਸਾਨ ਦੀ ਗੱਲ ਕਰਦੇ ਹਾਂ। ਮੰਨ ਲਓ ਕਿ ਕਿਸਾਨ ਨੇ 30 ਰੁਪਏ ਵਿੱਚ ਐਗਰੀਮੈਂਟ ਕੀਤਾ ਹੋਇਆ ਹੈ ਕਿਸੇ ਵੀ ਵੱਡੇ ਉਦਯੋਗਪਤੀ ਨਾਲ ਕਿਸੇ ਵੀ ਆਪਣੇ ਉਤਪਾਦ ਦਾ। ਜੇਕਰ 6 ਮਹੀਨੇ ਬਾਅਦ ਫਸਲ ਦਾ ਮਾਰਕੀਟ ਰੇਟ 35 ਰੁਪਏ ਹੈ ਤਾਂ ਕਿਸਾਨ ਨੂੰ ਕੀ ਕਰਨਾ ਪਵੇਗਾ ਕਿ ਆਪਣੀ ਜੋ ਫਸਲ ਹੈ ਉਹ ਉਸ ਵਪਾਰੀ ਨੂੰ ਜਾਂ ਵੱਡੇ ਉਦਯੋਗਪਤੀ ਨੂੰ 30 ਰੁਪਏ ਦੇ ਹਿਸਾਬ ਦੇ ਨਾਲ ਹੀ ਦੇਣੀ ਹੋਵੇਗੀ, ਕਿਉਂਕਿ ਉਸਨੇ ਪਹਿਲਾਂ ਹੀ ਐਗਰੀਮੈਂਟ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਤੈਅ ਕੀਤਾ ਹੋਇਆ ਹੈ ਕਿ ਉਹ ਆਪਣੀ ਫਸਲ ਕੱਟਣ ਤੋਂ ਬਾਅਦ ਵਿੱਚ ਉਹ ਇਸ ਰੇਟ ਨਾਲ ਦੇਵੇਗਾ। ਉੱਥੇ ਕਿਸਾਨ ਨੂੰ ਆਪਣੀ ਫਸਲ ਉਸ ਐਗਰੀਮੈਂਟ ਦੇ ਹਿਸਾਬ ਨਾਲ ਹੀ ਦੇਣੀ ਪਵੇਗੀ। ਤੇ ਹੁਣ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ 30 ਰੁਪਏ ਦੇ ਹਿਸਾਬ ਦੇ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਤੇ ਮਾਰਕੀਟ ਰੇਟ ਹੈ 20 ਰੁਪਏ, ਤੇ ਇੱਥੇ ਹੁਣ ਇਹ ਗੱਲ ਸਮਝਣ ਵਾਲੀ ਹੈ ਕਿ ਉਹ ਜੋ ਵੱਡੇ ਉਦਯੋਗਪਤੀ ਹਨ ਉਹ ਤੁਹਾਨੂੰ 30 ਰੁਪਏ ਨਹੀਂ ਦੇਣਗੇ। ਉਹ 30 ਰੁਪਏ ਤੁਹਾਨੂੰ ਕਿਉਂ ਨਹੀਂ ਦੇਣਗੇ? ਇੱਥੇ ਹੁਣ ਇਹ ਕੀ ਕਰਨਗੇ ਕਿ ਬਹਾਨੇ ਬਣਾਉਣਗੇ, ਤੁਹਾਡੇ ਅਨਾਜ ਦਾ ਦਾਣਾ ਸਹੀ ਨਹੀਂ ਹੈ, ਤੁਹਾਡੇ ਅਨਾਜ ਨੂੰ ਕਲਰ ਸਹੀ ਨਹੀਂ ਆਇਆ ਵਗੈਰਾ ਵਗੈਰਾ ਬਹਾਨੇ ਬਣਾਉਣਗੇ ਤੇ ਤੁਹਾਡੇ ਜੋ ਐਗਰੀਮੈਂਟ ਦੇ ਹਿਸਾਬ ਦੇ ਨਾਲ ਪੈਸੇ ਕੀਤੇ ਹਨ ਉਹ ਤੁਹਾਨੂੰ ਪੈਸੇ ਨਹੀਂ ਦੇਣਗੇ, ਕਿਉਂਕਿ ਉਹ ਇਸ ਗੱਲ ਨੂੰ ਜਾਣਦੇ ਹਨ ਕਿ ਕਿਸਾਨ ਦੇ ਕੋਲ ਸਟੋਰੀ ਦੀ ਕਮੀ ਹੈ। ਕਿਸਾਨ ਆਪਣੀ ਫਸਲ ਨੂੰ ਕਿਤੇ ਸਟੋਰ ਕਰ ਨਹੀਂ ਸਕਦਾ। ਉਹ ਇਹ ਵੀ ਸਮਝਦੇ ਹਨ ਕਿ ਜੇ ਕਿਸਾਨ ਆਪਣੀ ਫਸਲ ਨੂੰ ਸਟੋਰ ਕਰੇਗਾ ਜਾਂ ਉਹ ਆਪਣੀ ਨਵੀਂ ਫਸਲ ਦੀ ਬਿਜਾਈ ਕਰੇਗਾ, ਉਹ ਇਸ ਗੱਲ ਨੂੰ ਸਮਝਦੇ ਹਨ, ਜਾਣਦੇ ਹਨ। ਸੋ ਉੱਥੇ ਕਿਸਾਨ ਨੂੰ ਆਪਣੀ ਫਸਲ ਵੇਚਣੀ ਪਵੇਗੀ। ਸੋ ਇਹ ਤੇ ਇੱਕ ਤਰੀਕਾ ਸੀਗਾ। ਹੁਣ ਸਮਝਦੇ ਹਾਂ ਦੂਸਰਾ ਤਰੀਕਾ ਇਹ ਕਿਹੜਾ ਹੈ? ਦੂਸਰਾ ਤਰੀਕਾ ਇਹ ਹੈ ਕਿ ਕੰਪਨੀ ਖੁਦ ਖੇਤੀ ਕਰੇਗੀ ਤੁਹਾਡੀ ਜ਼ਮੀਨ ਦੇ ਉੱਤੇ, ਕਿ ਤੁਸੀਂ ਐਗਰੀਮੈਂਟ ਵਿੱਚ ਜਿਸ ਨੂੰ 5 ਤੋਂ 10 ਸਾਲ ਵਿੱਚ ਲਿਖ ਦੋਗੇ ਕਿ ਜ਼ਮੀਨ ਇਹਨਾਂ ਦੀ ਹੈ, ਇਹ ਖੇਤੀ ਇਹ ਕਰਨਗੇ, ਤੁਸੀਂ ਉਸ ਵਿੱਚ ਕੋਈ ਵੀ ਛੇੜਛਾੜ ਨਹੀਂ ਕਰ ਸਕਦੇ। ਦੂਸਰਾ ਤਰੀਕਾ ਇਹ ਹੈ ਕਿ ਕੰਪਨੀ ਤੁਹਾਡੇ ਨਾਲ ਐਗਰੀਮੈਂਟ ਕਰੇਗੀ 5 ਤੋਂ 10 ਸਾਲ ਦਾ, ਉਸ ਵਿੱਚ ਲਿਖਤੀ ਰੂਪ ਵਿੱਚ ਲਿਖਿਆ ਹੋਏਗਾ ਕਿ ਤੁਸੀਂ 5 ਤੋਂ 10 ਸਾਲ ਉਹਨਾਂ ਨੂੰ ਖੇਤੀ ਕਰਨ ਤੋਂ ਰੋਕ ਨਹੀਂ ਸਕਦੇ। ਸੋ ਜੇਕਰ ਉਹਨਾਂ ਨੂੰ 2 ਤੋਂ 3 ਸਾਲ ਦੇ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਆਪਣੀ ਮਨ ਮਰਜ਼ੀ ਦਾ ਤੁਹਾਨੂੰ ਠੇਕਾ ਦੇਣਗੇ, ਕਿਉਂਕਿ ਤੁਸੀਂ ਉਸ ਫਸਲ ਦੇ ਉੱਤੇ ਕੁਝ ਕਰ ਵੀ ਨਹੀਂ ਸਕਦੇ, ਨਾ ਹੀ ਉਸ ਜ਼ਮੀਨ ਦੇ ਉੱਤੇ ਕੁਝ ਕਰ ਸਕਦੇ ਹੋ, ਕਿਉਂਕਿ ਤੁਸੀਂ ਲਿਖਤੀ ਰੂਪ ਦੇ ਵਿੱਚ ਉਹਨਾਂ ਨਾਲ 5 ਤੋਂ 10 ਸਾਲ ਦਾ ਐਗਰੀਮੈਂਟ ਕੀਤਾ ਹੋਇਆ ਹੈ। ਸੋ ਇਸ ਤਰ੍ਹਾਂ ਨਾਲ ਕਿਸਾਨ ਬਹੁਤ ਬੁਰੇ ਤਰੀਕੇ ਨਾਲ ਫਸੇਗਾ, ਕਿਉਂਕਿ ਅਸੀਂ ਅਕਸਰ ਹੀ ਐਗਰੀਮੈਂਟ ਵਾਲੇ ਕੰਮਾਂ ਵਿੱਚ ਲੋਕਾਂ ਨੂੰ ਡਿਪਰੈਸ਼ਨ ਦੇ ਸ਼ਿਕਾਰ ਹੋਏ ਦੇਖਦੇ ਹਾਂ। ਤੁਹਾਨੂੰ ਅਗਲੀ ਗੱਲ ਜਾਣ ਕੇ ਬਹੁਤ ਹੀ ਹੈਰਾਨੀ ਹੋਵੇਗੀ, ਇੱਥੇ ਤਾਂ ਹੱਦ ਹੀ ਹੋ ਗਈ ਜਦੋਂ ਸਰਕਾਰ ਨੇ ਇਹ ਬਿੱਲ ਦੇ ਵਿੱਚ ਇਹ ਵੀ ਲਿਖਿਆ ਕਿ ਇਸ ਦੇ ਚੱਲਦੇ ਕੋਈ ਤੁਹਾਡਾ ਝਗੜਾ ਜਾਂ ਮਸਲਾ ਕੁਝ ਵੀ ਹੋ ਜਾਂਦਾ, ਤੁਸੀਂ SDM ਸਬ ਡਿਵੀਜ਼ਨਲ ਕੋ ਜਾਂ DC ਕੋਲ ਹੀ ਆਪਣਾ ਝਗੜਾ ਹੈ ਜੋ ਮਸਲਾ ਹੈ ਉਹ ਨਿਪਟਾ ਸਕਦੇ ਹੋ। ਤੁਸੀਂ ਕੋਰਟ ਕਚਹਿਰੀ ਜਾਂ ਕਿਸੇ ਵੀ ਅਦਾਲਤ ਵਿੱਚ ਕੇਸ ਨਹੀਂ ਕਰ ਸਕਦੇ। मतलब कि किसान किसी भी अदालत ਵਿੱਚ नहीं जा सकता, किसी भी अदालत ਵਿੱਚ केस नहीं कर सकता। सो ਇਹ किस तरह का बिल होया तुसी खुद ही अंदाजा लगा सकते हो। अगर एक छोटा किसान SDM या DC को जाएगा ਹੁਣ उसकी कौन सुनेगा, तुसी खुद ही अंदाजा लगा सकते हो। एक उद्योगपति ਦੀ सुनेगा ਜਾਂ एक छोटे किसान ਦੀ सुनेगा, बाकी तुसी समझदार हो। ਅਸੀਂ ਆਸ ਕਰਦੇ ਹਾਂ ਕਿ ਇਹ ਬਿੱਲ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ। ਸੋ ਹੁਣ ਅਗਲੇ ਬਿੱਲ ਦੀ ਗੱਲ ਕਰਦੇ ਹਾਂ ਜੋ ਹੈ ਕਿ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਆਰਡੀਨੈਂਸ 2020। जी हाँ, मतलब कि इस बिल में यह है कि कोई भी व्यापारी या कोई भी बड़ा उद्योगपति चाहे जितना भी चाहे वो अपना जो भी है अनाज है वो स्टोरेज कर सकता है। शर्त बस ये है कि उस वक्त कोई युद्ध या कोई आफत ना आई होवे। सो इसका असर ये होएगा कि जो बड़े उद्योगपति या व्यापारी हैं वो छोटे किसानों को जो अनाज है सस्ते रेट से खरीदिया करनगे, तो जब भी मार्केट के उसकी कमी आएगी तो उस अनाज को महंगे रेट से बेचणगे।
ਜਿਵੇਂ ਕਿ ਉਦਾਹਰਨ ਤੁਹਾਡੇ ਸਾਹਮਣੇ ਪਿਆਜ਼ ਹੀ ਹੈ। ਇਸ ਦਾ ਕਹਿਣ ਦਾ ਮਤਲਬ ਸਿੱਧਾ ਇਹੀ ਹੈ ਕਿ ਕਾਲਾ ਬਾਜ਼ਾਰੀ ਹੈ ਉਹ ਬਹੁਤ ਵੱਧ ਜਾਏਗੀ। ਜੋ ਇਸ ਦਾ ਸਿੱਧਾ ਅਸਰ ਹੈ ਉਹ ਆਮ ਜਨਤਾ ਤੇ ਕਿਸਾਨ ਉੱਤੇ ਹੀ ਪਵੇਗਾ। ਤੇ ਜਿਸ ਦਾ ਫਾਇਦਾ ਹੈ ਉਹ ਵੱਡੇ ਉਦਯੋਗਪਤੀਆਂ ਨੂੰ, ਵੱਡੇ ਯਾਨੀ ਕਿ ਵਪਾਰੀਆਂ ਨੂੰ ਹੋਵੇਗਾ। ਮੈਂ ਆਸ ਕਰਦਾ ਹਾਂ ਕਿ ਬਿੱਲ ਤੁਹਾਨੂੰ ਸਮਝ ਆ ਗਏ ਹੋਣਗੇ। ਸੋ ਆਖਿਰ ਵਿੱਚ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ 1993 ਦੇ ਵਿੱਚ ਜੋ ਬਾਸਮਤੀ ਦਾ ਰੇਟ ਸੀ ਉਹ 2700 ਰੁਪਏ ਸੀ ਤੇ ਜੋ ਡੀਜ਼ਲ ਦੀ ਕੀਮਤ ਉਸ ਵਕਤ ਸੀ ਉਹ ਸੀ 7 ਰੁਪਏ। ਅੱਜ 2020 ਦੇ ਵਿੱਚ ਤੁਸੀਂ ਬਾਸਮਤੀ ਦਾ ਰੇਟ 4 ਤੋਂ 5000 ਲੈ ਰਹੇ ਹੋ ਤੇ ਡੀਜ਼ਲ ਦੀ ਕੀਮਤ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਚਲੋ ਫਿਰ ਵੀ ਦੱਸ ਦਿੰਦੇ ਹਾਂ, ਜੋ ਡੀਜ਼ਲ ਦੀ ਕੀਮਤ ਹੈ 72 ਤੋਂ 75 ਰੁਪਏ ਦੇ ਵਿੱਚ ਹੈ। ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਸਮਤੀ ਦੀ ਕੀਮਤ ਹੁਣ ਕੀ ਹੋਣੀ ਚਾਹੀਦੀ ਹੈ। ਸਰਕਾਰ ਕੋਈ ਵੀ ਹੋਵੇ, ਸਰਕਾਰ ਦੀਆਂ ਨੀਤੀਆਂ ਤੇ ਸਰਕਾਰ ਦੀ ਨੀਅਤ ਬਹੁਤ ਹੀ ਮਾੜੀ ਹੈ, ਕਿਸਾਨਾਂ ਨੂੰ ਮਾਰਨ ਉੱਤੇ ਤੁਲੀ ਹੋਈ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ, ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਧੰਨਵਾਦ।